ਹੈਲੋ ਐਂਡ ਵੈਲਕਮ ਟੂ ਦ ਨਿਊ ਚੈਨਲ ਪ੍ਰੋਟੈਗਨਿਸਟ ਆਫ ਪੰਜਾਬ। ਇਹ ਚੈਨਲ ਬਣਾਉਣ ਦੇ ਪਿੱਛੇ ਮੇਰਾ ਮੇਨ ਰੀਜ਼ਨ ਇਹ ਸੀਗਾ, ਪੰਜਾਬ ਦੇ ਵਿੱਚ ਬਹੁਤ ਬੱਚੇ ਗਵਰਨਮੈਂਟ ਐਗਜ਼ਾਮਸ ਦੀ ਤਿਆਰੀ ਕਰ ਰਹੇ ਨੇ, ਰਾਈਟ। ਤਾਂ ਉਹ ਜੌਬ ਪਾਉਣ ਦੇ ਲਈ ਸਟਰਗਲ ਕਰ ਰਹੇ ਨੇ। ਤਾਂ ਹਰ ਇੱਕ ਪਰਸਨ ਦੀ ਇੱਕ ਆਪਦੀ ਡਿਫਰੈਂਟ ਸਟੋਰੀ ਚੱਲ ਰਹੀ ਹੈ, ਜਿਸ ਸਟੋਰੀ ਦੇ ਵਿੱਚ ਉਹ ਮੇਨ ਕਰੈਕਟਰ ਹੁੰਦਾ, ਦੈਟ ਇਜ਼ ਅ ਪ੍ਰੋਟੈਗਨਿਸਟ। ਤਾਂ ਹਰੇਕ ਉਸ ਪ੍ਰੋਟੈਗਨਿਸਟ ਆਫ ਪੰਜਾਬ ਦੀ, ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਏਗਾ, ਪੰਜਾਬ ਨੂੰ ਗਰੋ ਕਰਨ ਦੇ ਵਿੱਚ ਹੈਲਪ ਕਰੇਗਾ, ਠੀਕ ਹੈ। ਤਾਂ ਹਰੇਕ ਉਸ ਪ੍ਰੋਟੈਗਨਿਸਟ ਆਫ ਪੰਜਾਬ ਦੀ ਜਰਨੀ ਦੇ ਵਿੱਚ ਕੁਝ ਕੰਟਰੀਬਿਊਟ ਕਰਨ ਦੇ ਲਈ ਮੈਂ ਇਹ ਚੈਨਲ ਬਣਾਇਆ, ਠੀਕ ਹੈ। ਤਾਂ ਮੈਂ ਕੋਸ਼ਿਸ਼ ਕਰੂੰਗਾ ਵੀ ਡਿਫਰੈਂਟ ਸਬਜੈਕਟਸ 'ਤੇ ਲੈਕਚਰਸ ਪਾਵਾਂ। ਤਾਂ ਆਈ ਐਮ ਗੋਨਾ ਸਟਾਰਟ ਵਿਦ ਗਵਰਨਮੈਂਟ ਸਕੀਮਸ, ਜਿਹੜਾ ਕਿ ਬਹੁਤ ਹੀ ਡਿਫਰੈਂਟ ਟੌਪਿਕ ਹੈ ਅਤੇ ਮੋਸਟਲੀ ਬਹੁਤ ਬੱਚੇ ਇਹਨੂੰ ਕਵਰ ਨਹੀਂ ਕਰਕੇ ਜਾਂਦੇ, ਠੀਕ ਹੈ। ਤਾਂ ਆਪਾਂ ਇੱਥੋਂ ਸਟਾਰਟ ਕਰਾਂਗੇ। ਓਕੇ, ਲੈਟ ਅਸ ਸਟਾਰਟ। ਥੈਂਕ ਯੂ ਵੈਰੀ ਮਚ। ਲੈਟ ਅਸ ਸਟਾਰਟ ਵਿਦ ਗਵਰਨਮੈਂਟ ਸਕੀਮਸ। ਤਾਂ ਗਵਰਨਮੈਂਟ ਸਕੀਮਸ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਬੇਸਿਕਲੀ ਇਹ ਪਤਾ ਹੋਣਾ ਚਾਹੀਦਾ ਵੀ ਕਿੰਨੇ ਟਾਈਪ ਦੀ ਗਵਰਨਮੈਂਟ ਸਕੀਮਸ ਦੇ ਸੈਂਟਰ ਜਿਹੜੀਆਂ ਫੰਡ ਕਰਦਾ ਜਾਂ ਸੈਂਟਰ ਜਿਹਨਾਂ 'ਚ ਕੰਟਰੀਬਿਊਟ ਕਰਦਾ। ਤਾਂ ਦੇਰ ਆਰ ਟੂ ਟਾਈਪਸ ਆਫ ਗਵਰਨਮੈਂਟ ਸਕੀਮਸ, ਠੀਕ ਹੈ। One is central sector schemes and other centrally sponsored schemes. ਤਾਂ ਸੈਂਟਰਲ ਸੈਕਟਰ ਸਕੀਮਸ ਦਾ ਬੇਸਿਕ ਡਿਫਰੈਂਸੀਏਸ਼ਨ ਇਹਨਾਂ ਦੋਵਾਂ ਦੇ ਵਿੱਚ ਕੀ ਹੈ ਜੇ ਆਪਾਂ ਦੇਖਿਆ ਜਾਵੇ, ਤਾਂ these are ਇੰਪਲੀਮੈਂਟੇਸ਼ਨ ਦਾ ਡਿਫਰੈਂਸ ਹੈ। ਇੰਪਲੀਮੈਂਟ ਕੌਣ ਕਰਦਾ ਤੇ ਫੰਡਿੰਗ ਕਿੰਨੀ ਹੈ, ਇਹ ਬੇਸਿਕ ਦੋ ਡਿਫਰੈਂਸਿਸ ਨੇ, ਠੀਕ ਹੈ। ਸੈਂਟਰਲ ਸੈਕਟਰ ਸਕੀਮਸ ਦੇ ਆਰ ਇੰਪਲੀਮੈਂਟਡ ਬਾਈ ਸੈਂਟਰ ਐਂਡ ਆਲਸੋ ਡਿਜ਼ਾਈਨਡ ਬਾਈ ਸੈਂਟਰ। ਤਾਂ ਫੰਡਿੰਗ ਹੁੰਦਾ, एंटायर फंडिंग सेंट्रल सेक्टर स्कीम्स की कौन करेगा? अपना सेंटर गवर्नमेंट। तो सेंटर स्पॉन्सर्ड स्कीम्स कौन है? दीज आर पार्शियली फंडेड बाय सेंटर। पार्शियली मतलब कुछ हिस्सा फंड किया जाएगा सेंटर के द्वारा, बाकी स्टेट करेगा, बट दे आर इंप्लीमेंटेड बाय स्टेट गवर्नमेंट। आ मेजर डिफरेंस है, ठीक है, इंप्लीमेंटेशन का ते फंडिंग का। तो आप इन्हों लाइन वाइज करते हैं। तो सेंट्रल सैक्टर स्कीम, लेट स्टार्ट विद दैट। सेंट्रल सैक्टर स्कीम्स जिवें आप पहला देखा, these are designed and completely funded by central government. They are also planned by central government. Second is based on the subjects of union list. ਤਾਂ ਆਪਾਂ ਨੂੰ ਪਤਾ ਹੈ 7th ਸ਼ਡਿਊਲ ਦੇ ਵਿੱਚ ਆਪਣੀ 3 ਲਿਸਟ ਨੇ, ਮੈਂ ਪੋਲਿਟੀ ਵਿੱਚ ਕਰਦੀ ਹਾਂ, ਠੀਕ ਹੈ। ਫਸਟ ਵਨ ਇਜ਼ ਯੂਨੀਅਨ ਲਿਸਟ, ਸੈਕੰਡ ਇਜ਼ ਸਟੇਟ ਲਿਸਟ ਐਂਡ ਥਰਡ ਵਨ ਇਜ਼ ਕੌਨਕਰੈਂਟ ਲਿਸਟ। ਬੇਸਿਕਲੀ ਕੀ ਹੈ, यूनियन लिस्ट ਵਿੱਚ ਪੂਰੀ ਫੁੱਲ ਜੁਰਿਸਡਿਕਸ਼ਨ ਕਿਹਦੇ ਕੋਲ ਨੇ? ਸੈਂਟਰ ਕੋਲ ਹੈ। ਸਟੇਟ ਵਿੱਚ ਸਟੇਟ ਕੋਲ ਹੈ। ਕੌਨਕਰੈਂਟ ਵਿੱਚ ਦੋ ਕੋਲ ਹੈ, ਜੁਆਇੰਟ ਜੁਰਿਸਡਿਕਸ਼ਨ। ਦੋਵੇਂ ਇਹਨਾਂ ਚੀਜ਼ਾਂ ਤੇ ਕੰਮ ਕਰ ਸਕਦੇ ਨੇ। ਸਕੀਮਸ ਦੀ ਲਿਸਟ ਤੁਹਾਨੂੰ ਮੈਂ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੂੰਗਾ, ਠੀਕ ਹੈ, ਕਿਹੜੀਆਂ ਨੇ। ਤਾਂ ਇੱਕ ਵਾਰੀ ਮੈਂ ਆਈ ਰਿਕਮੈਂਡ ਤੁਸੀਂ ਉਹਨੂੰ ਨਿਗਾਹ ਕੋ ਕੱਢ ਲਓ, ਵੀ ਇੱਕ ਵਾਰੀ ਦੇਖ ਲਓ ਵੀ ਕਿਹੜੀਆਂ ਨੇ, ਕੀ ਡਿਫਰੈਂਸ਼ੀਏਸ਼ਨ ਨੇ ਮਾੜੀ ਰਾਈਟ। ਤਾਂ ਮੇਜਰ ਜਿਹੜੀਆਂ ਸੈਂਟਰ ਸੈਕਟਰ ਸਕੀਮਸ ਨੇ, ਤਾਂ ਜਿਵੇਂ ਹੈਗੀ ਆਪਣੀ ਐਮਪੀ ਲੈਡ ਸਕੀਮ of mostly member of parliament local area development scheme, right? Second is PM ASHA, PM अन्नदाता आय संरक्षण योजना, अन्नदाता ਦੀ ਇਨਕਮ ਨੂੰ ਆਪਾਂ ਸਿਕਿਉਰ ਕਰਨਾ ਬੇਸਿਕਲੀ, ਰਾਈਟ। ਤਾਂ ਥੀਸ ਆਰ ਆਲ ਅੰਬਰੇਲਾ ਸਕੀਮਸ ਹੀ ਨੇ, ਠੀਕ ਹੈ, ਜਿਵੇਂ ਪ੍ਰਧਾਨ ਮੰਤਰੀ ਜਾਂ PM ਇੰਪਲੋਇਮੈਂਟ ਜਨਰੇਸ਼ਨ ਪ੍ਰੋਗਰਾਮ ਜਿਹੜਾ ਹੈਗਾ ਆਪਣਾ, ਰਾਈਟ। ਤਾਂ ਥੀਸ ਆਰ ਆਲ ਦ ਸਕੀਮਸ that we have in the major central sector schemes. Then we're going to start with centrally sponsored schemes. The centrally sponsored schemes ਆਪਣੇ ਕਿੱਥੋਂ ਇਹਦਾ ਜੇ ਆਪਾਂ ਕਹਿ ਦਈਏ ਬੇਸਿਸ ਕਿੱਥੋਂ ਸਟਾਰਟ ਹੋਇਆ, ਇਹ ਬੇਸਿਸ ਹੈ ਆਰਟੀਕਲ 282 of the constitution. ਤਾਂ these are provided in the constitution. ਤਾਂ ਮਤਲਬ ਕੀ ਇਹਨਾਂ ਦਾ, these are designed and but partially funded by central government. Design properly ਨਾ central government ਕਰ ਰਹੀ ਹੈ, and they are partially funded by central government, partially funded by state government, but they are implemented by state government. That is the main part. They are implemented by state government. ਤਾਂ ਆਪਾਂ ਜਿਵੇਂ ਪੜਿਆ ਵੀ central sector schemes they are implemented by central government, but centrally sponsored schemes are implemented by state government. ਤਾਂ these mainly consist of schemes based on subjects in the state list. ਤੇ center sector ਜਿਹੜੀਆਂ schemes ਹੈਗੀਆਂ those are based on the union list, ਤਾਂ these are based on the ਆਪਣੀ state list. ਤਾਂ ਆਪਾਂ ਰੇਸ਼ੀਓ ਦੀ ਗੱਲ ਕੀਤੀ, ਮੈਂ ਤੁਹਾਨੂੰ ਕਿਹਾ ਸੈਂਟਰਲੀ ਸਪੌਂਸਰਡ ਹੈ, ਠੀਕ ਹੈ। ਸਾਰਾ ਪਾਰਟ ਵੀ ਸੈਂਟਰ ਨਹੀਂ ਦੇਗਾ, ਕੁਛ ਹਿੱਸਾ ਹੀ ਸੈਂਟਰ ਦੇਗਾ। ਤਾਂ ਕੁਛ ਹਿੱਸਾ ਕਿਹੜਾ ਨੇ, ਆਪਣੇ ਜਿਵੇਂ ਆਪਾਂ ਪੜ੍ਹੀ ਸੀ 3 ਤਰ੍ਹਾਂ ਦੀ ਸਕੀਮਸ, ਠੀਕ ਹੈ। ਕੋਰ ਆਫ ਦਾ ਕੋਰ ਸਕੀਮਸ, ਸੈਕੰਡ ਇਜ਼ ਕੋਰ ਸਕੀਮਸ ਐਂਡ ਥਰਡ ਇਜ਼ ਆਪਸ਼ਨਲ ਸਕੀਮਸ। ਇਹਨਾਂ ਨੂੰ ਬੇਸਿਕਲੀ ਜੇ ਆਪਾਂ ਸਪੈਸ਼ਲ ਪ੍ਰਿਵਿਲੇਜ ਤੋਂ ਬਿਨਾਂ ਵਾਲੀਆਂ ਸਟੇਟਸ ਨੂੰ ਦੇਖੀਏ ਤਾਂ ਉਹਨਾਂ ਨੂੰ ਕਿਵੇਂ ਪ੍ਰੋਵਾਈਡ ਦਾ ਕੋਰ ਆਫ ਦਾ ਕੋਰ ਸਕੀਮਸ ਦਾ ਪੈਟਰਨ ਕੀ ਹੋਏਗਾ, 75:25 to state government and 75 by
सेंट्रल गवर्नमेंट। तो हमेशा याद रखियो that the major significant portion is provided by central government. The second is core schemes. Core schemes are provided in pattern of 60 to 40, 40 by state government and 60 by central government. And then there are optional schemes. Optional schemes are provided in the pattern of 50 to 50. Okay. The कुछ examples हैं. The core of the core schemes such as National Social Assistance Program, MG नरेगा, महात्मा गांधी, नेशनल रूरल एम्प्लॉयमेंट गारंटी एक्ट है ਜਿਹੜਾ ਅੰਬ੍ਰੇਲਾ ਸਕੀਮਸ ਹੋਣਗੀਆਂ ਫॉर द डेवलपमेंट ऑफ वेरियस शेड्यूल कास्ट, शेड्यूल ट्राइब्स, माइनॉरिटीज एंड अदर वल्नरेबल ग्रुप्स। ठीक है, ਤਾਂ ਕੋਰ ਸਕੀਮਸ ਕੀ ਨੇ ਮੈਂ ਤੁਹਾਨੂੰ ਦੱਸਿਆ ਸੀ ਵੈਸੇ ਵੀ ਕੋਰ ਆਫ ਦਾ ਕੋਰ ਸਕੀਮਸ ਵਿੱਚ ਪੈਟਰਨ ਕੀ ਹੋਏਗਾ 75:25 ਦਾ ਰਾਈਟ। ਕੋਰ ਸਕੀਮਸ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਆਪਣੇ ਘਰ ਦੇ ਜਿਨ੍ਹਾਂ ਨੂੰ ਘਰ ਨਹੀਂ ਹੈਗੇ ਉਹਨਾਂ ਨੂੰ ਘਰ ਦਾ ਕੁਝ ਹਿੱਸਾ ਪ੍ਰੋਵਾਈਡ ਕਰਾਇਆ ਜਾਂਦਾ, ਕੁਝ ਹਿੱਸਾ ਨਹੀਂ ਆਈ ਮੀਨ ਟੂ ਸੇ घर बनाने लिए पैसा एंड ऑल दैट प्रोवाइड कराया जाता है। SBM इज स्वच्छ भारत मिशन। ठीक है, नेशनल हेल्थ प्रोटेक्शन स्कीम, प्रधानमंत्री ग्राम सड़क योजना, प्रधानमंत्री कृषि सिंचाई योजना। ठीक है, स्मार्ट सिटीज मिशन, मिड डे मील स्कीम जिनका नाम चेंज करके हम PM पोषण कर दिता गया। ठीक है, दीज आर द वेरियस स्कीम्स दैट आर सेंट्रली स्पॉन्सर्ड। तो ऑप्शनल स्कीम्स विच कुछ ने बॉर्डर एरिया डेवलपमेंट प्रोग्राम, श्याम प्रसाद मुखर्जी अर्बन मिशन, रूरल अर्बन मिशन राइट। ਤਾਂ ਬੇਸਿਕਲੀ ਆਪਾਂ ਇਹ ਦੇਖ ਲਿਆ ਵੀ ਜਿਹੜੀਆਂ ਸੈਂਟਰਲ ਸੈਕਟਰ ਸਕੀਮਸ ਆ ਦੇ ਆਰ ਇੱਕ ਰਿਵੀਜ਼ਨ ਜੇ ਆਪਾਂ ਕਰ ਲੈਂਦੇ ਹਾਂ ਦੇ ਆਰ ਐਂਟਾਇਰਲੀ ਫੰਡਡ ਬਾਈ ਸੈਂਟਰਲ ਗਵਰਨਮੈਂਟ। ਠੀਕ ਹੈ, ਦੇ ਆਰ ਇੰਪਲੀਮੈਂਟਡ ਬਾਈ ਸੈਂਟਰਲ ਗਵਰਨਮੈਂਟ। ਠੀਕ ਹੈ, ਜਿਹੜੀਆਂ ਆਪਣੀਆਂ ਸੈਂਟਰਲ ਸਪॉन्सर्ड ਸਕੀਮਸ ਆ ਸੈਂਟਰਲ ਸੈਕਟਰ ਸਕੀਮਸ ਐਂਡ ਸੈਂਟਰਲ ਸਪॉन्सर्ड। तो ਸੈਂਟਰਲ ਸੈਕਟਰ ਸਕੀਮਸ ਹੈਗੀਆਂ ਸਪॉन्सर्ड ਸਕੀਮਸ ਹੈਗੀਆਂ ਜਿਹੜੀਆਂ they are partially funded। तो ਆਪਾਂ कुछ ratios कर ले 70 30 75 25 60 40 50 50 90 10 right and but they are implemented by state government। ठीक है, ये मेन डिफरेंसेस ने। ओके, ਤਾਂ ਇਹ ਆਪਾਂ ਇੱਕ ਜਿਹੜੀ ਚੀਜ਼ ਕਰਦੇ ਹਾਂ ਹੁਣ ਰੀਸੈਂਟਲੀ ਇੱਕ ਨਿਊਜ਼ ਚੱਲ ਰਹੀ ਸੀ ਰੈਸ਼ਨਲਾਈਜੇਸ਼ਨ। ਮੈਂ ਇੱਕ ਟੌਪਿਕ ਕਰਵਾਉਣਾ ਰੈਸ਼ਨਲਾਈਜੇਸ਼ਨ of central sponsored schemes। ਤਾਂ ਤੁਹਾਨੂੰ ਪਤਾ ਇੱਕ 14th ਫਾਈਨੈਂਸ ਕਮਿਸ਼ਨ ਆਇਆ ਸੀ, ਠੀਕ ਅੰਡਰ YV ਰੈਡੀ। ਤਾਂ ਉਹਦੇ ਵਿੱਚ ਤਾਂ ਸੈਂਟਰ ਨੇ ਇੱਕ ਗੱਲ ਕੀਤੀ ਵੀ ਆਪਾਂ ਸੈਂਟਰਲੀ ਸਪॉन्सर्ड ਸਕੀਮਸ ਨੂੰ ਘੱਟ ਕਰਨਾ। ਠੀਕ ਹੈ, ਜਾਂ ਤਾਂ ਉਹਨੂੰ ਰੈਸ਼ਨਲਾਈਜ਼ ਕਰਨ ਦਾ ਮਤਲਬ ਇਹ ਨਹੀਂ ਜਸਟ ਰੀਨੇਮ ਕਰ ਦੇਣਾ ਜਾਂ ਸਮਥਿੰਗ ਐਲਸ ਕੁਝ ਕਰ ਦੇਣਾ, ਉਹਨੂੰ ਆਪਾਂ ਦੇਖਣਾ ਕਿ ਇਜ਼ ਦਿਸ ਇੰਪੋਰਟੈਂਟ ਕਿ ਇਹ ਕੋਈ ਨੈਸ਼ਨਲ ਏਜੰਡਾ ਜਾਂ ਇੱਕ ਪ੍ਰੋਪਰ ਸੋਸ਼ਲ ਵੈਲਫੇਅਰ ਕ੍ਰੀਏਟ ਕਰ ਰਹੀ ਹੈ ਜੋ ਸੋਸ਼ਲ ਵੈਲਫੇਅਰ ਕਰ ਰਹੀ ਹੈ, ਨਹੀਂ ਤਾਂ ਉਹਨੂੰ ਬੰਦ ਹੀ ਕਰ ਦਿਓ ਭਨੇ। ਠੀਕ ਹੈ, ਤਾਂ ਜੇ ਆਪਾਂ ਬੰਦ ਕਰ ਦਾਂਗੇ ਆਪਾਂ ਦਾ ਨੁਕਸਾਨ ਹੋਊਗਾ, ਪਰ ਆਪਾਂ ਇਹਦੀ ਥਾਂ ਤੇ ਕੀ ਕਰਨਾ ਤਾਂ 14th ਫਾਈਨੈਂਸ ਕਮਿਸ਼ਨ ਨੇ ਕਿਹਾ ਠੀਕ ਹੈ ਜਿਹੜੀ ਫਾਈਨੈਂਸ਼ੀਅਲ ਡਿਵੋਲੂਸ਼ਨ ਟੂ ਸਟੇਟਸ ਆ, ਫਾਈਨੈਂਸ਼ੀਅਲ ਡਿਵੋਲੂਸ਼ਨ ਜਿੰਨਾ ਆਪਣਾ ਸਟੇਟਸ ਨੂੰ ਪੈਸਾ ਜਾਂਦਾ ਰਾਈਟ, ਤਾਂ ਫਾਈਨੈਂਸ਼ੀਅਲ ਡਿਵੋਲੂਸ਼ਨ ਤਾਂ ਤੁਹਾਨੂੰ ਪਤਾ ਸੈਂਟਰਲੀ ਸਪॉन्सर्ड ਜਿਵੇਂ ਮੈਂ ਤੁਹਾਨੂੰ ਕਿਹਾ ਦੇ ਆਰ ਡਿਜ਼ਾਈਨਡ ਬਾਈ ਸੈਂਟਰ, ਪਰ ਹਰੇਕ ਸਟੇਟ ਨੂੰ ਉਸ ਚੀਜ਼ ਦੀ ਨੀਡ ਨਹੀਂ ਹੋਊਗੀ। ਠੀਕ ਹੈ, ਤਾਂ ਜਿੰਦੇ ਕਰਕੇ ਪ੍ਰੋਬਲਮ ਆ ਜਾਂਦੀ ਇੱਕ ਵਨ ਸਾਈਜ਼ ਫਿਟਸ ਆਲ ਦੀ ਪ੍ਰੋਬਲਮ। ਠੀਕ ਹੈ, ਵੀ ਉਹ ਇਸ ਬੇਸਿਸ ਤੇ ਬਣਾਈ ਗਈ ਹੈ ਵੀ ਇੱਕ ਸਾਈਜ਼ ਹੀ ਇੱਕ ਚੀਜ਼ ਹੀ ਜੋ ਆਪਾਂ ਪ੍ਰੋਵਾਈਡ ਕਰਾ ਰਹੀ ਸੈਂਟਰ ਉਹ ਸਭ ਨੂੰ ਕੰਮ ਆਵੇ ਰਾਈਟ, ਬਟ ਇਹ ਹੁੰਦਾ ਨਹੀਂ, ਦਿਸ ਇਜ਼ ਨਾਟ ਪੋਸੀਬਲ ਰਾਈਟ। ਤਾਂ ਉਹਦੇ ਕਰਕੇ ਫਾਈਨੈਂਸ਼ੀਅਲ ਸਟੇਟ ਆਪਣੇ 14th ਫਾਈਨੈਂਸ ਕਮਿਸ਼ਨ ਨੇ ਕਿਹਾ ਬਈ ਰਾਦਰ ਦੈਨ ਪ੍ਰੋਵਾਈਡਿੰਗ ਦਿਸ ਮਨੀ ਵਾਇਆ ਦ ਸਕੀਮਸ ਟੂ ਸਟੇਟ ਗਵਰਨਮੈਂਟਸ ਆਪਾਂ ਕੀ ਕਰਦੇ ਹਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਵੱਧ ਪੈਸਾ ਪ੍ਰੋਵਾਈਡ ਕਰਾ ਦਾਂਗੇ। ਠੀਕ ਹੈ, ਤਾਂ ਉਹਨਾਂ ਨੇ ਕੀ ਕੀਤਾ 32% ਟੂ 42% ਫਾਈਨੈਂਸ਼ੀਅਲ ਡਿਵੋਲੂਸ਼ਨ ਕਰਤੀ। 42% ਜਿਹੜਾ ਆਪਣਾ ਸੈਂਟਰ ਵੱਲੋਂ ਪੈਸਾ ਸਟੇਟ ਗਵਰਨਮੈਂਟ ਨੂੰ ਜਾਏਗਾ। ਠੀਕ ਹੈ, ਤਾਂ ਇਹ ਡਿਵੋਲੂਸ਼ਨ ਕਰਨ ਦਾ ਇਹਦੇ ਕਰਕੇ ਆਪਣਾ ਰੈਸ਼ਨਲਾਈਜੇਸ਼ਨ ਸਕੀਮਸ ਦੀ ਗੱਲ ਕੀਤੀ ਗਈ ਵੀ ਰੈਸ਼ਨਲਾਈਜੇਸ਼ਨ ਮਤਲਬ ਵੀ ਜਿਹੜੀਆਂ ਸਕੀਮਸ ਜਿਹੜੀਆਂ ਪਹਿਲਾਂ ਲਾਰਜ ਨੰਬਰ ਕਿਸੇ ਟਾਈਮ ਤੇ 200 ਦੇ ਅਰਾਊਂਡ ਸਮਥਿੰਗ ਪਹੁੰਚ ਗਏ ਸੀ, ਬਹੁਤ ਜ਼ਿਆਦਾ ਹੋ ਚੁੱਕੀਆਂ ਸੀ, ਤਾਂ ਉਹਨਾਂ ਨੂੰ ਵਾਪਸ ਲੈ ਕੇ ਆਇਆ ਜਾਵੇ। ਤਾਂ ਹੁਣ ਪ੍ਰੈਜ਼ੈਂਟਲੀ ਜਿਹੜਾ ਆਪਣਾ ਬਜਟ ਦੇ ਵਿੱਚ ਠੀਕ ਹੈ ਸੈਂਟਰ ਸਪॉन्सर्ड ਸਕੀਮ ਜਿਹੜਾ 2019-2020 ਵਾਲਾ ਆਇਆ ਸੀ ਬਜਟ, ਠੀਕ ਹੈ ਉਹਦੇ ਵਿੱਚ ਦੱਸਿਆ ਗਿਆ ਵੀ ਜਿਹੜੀਆਂ ਬੇਸਿਕਲੀ ਸਕੀਮਸ ਤੋਂ ਪੈਸਾ ਦਿੱਤਾ ਗਿਆ ਤਾਂ ਅਰਾਊਂਡ 28 ਸਕੀਮ ਸੀ। ਠੀਕ ਹੈ, 6+22 ਉਹਦੇ 28 ਸਕੀਮਸ ਨੂੰ ਪੈਸਾ ਦਿੱਤਾ ਗਿਆ। ਤਾਂ ਇਹਨਾਂ ਸਾਰੀਆਂ ਸਕੀਮਸ ਨੂੰ ਤੁਹਾਨੂੰ ਬਾਏ ਹਾਰਟ ਐ ਨਹੀਂ ਕਹਿੰਦਾ ਮੈਂ ਯਾਦ ਕਰਨਾ ਚਾਹੀਦਾ। ਠੀਕ ਹੈ, ਬਟ ਇੱਕ ਆਈਡੀਆ ਹੋਵੇ, ਆਈਡੀਆ ਠੀਕ ਹੈ, ਆਈਡੀਆ ਮੀਨਸ ਵੀ ਤੁਹਾਨੂੰ ਡਿਫਰੈਂਸ਼ੀਏਟ ਜੇ ਟਾਈਮ ਤੇ ਆਪਾਂ ਕਰੀਏ ਨਾ ਤਾਂ ਡਿਫਰੈਂਸ਼ੀਏਟ ਕਰਨਾ ਆਉਣਾ ਚਾਹੀਦਾ ਵੀ ਕੀ ਇਹ ਸੈਂਟਰਲੀ ਸੈਕਟਰ ਸੀਗੀ ਜਾਂ ਸੈਂਟਰਲੀ ਸਪॉन्सर्ड। ਤਾਂ ਉਹਨੇ ਟ੍ਰਿਕਸ ਬਣਾ ਲਓ
ਵੀ ਕੀ ਇਹ ਨੈਸ਼ਨਲ ਇੰਪੋਰਟੈਂਸ ਦੀ ਹੈ, ਜਾਂ ਆਪਾਂ ਕਹਿ ਸਕਦੇ ਹਾਂ ਵੀ ਕਿ ਯੂਨੀਅਨ ਲਿਸਟ ਦੇ ਅੰਡਰ ਆ ਰਹੀ ਹੈ ਕਿ ਨਹੀਂ ਆ ਰਹੀ, ਤਾਂ ਮੇਰੀ ਸਟ੍ਰਿਕਸ ਬਣ ਜਾਣਗੀਆਂ ਨੇ, ਜਿਹੜੀ ਮੈਂ ਕਰਵਾ ਵੀ ਦਊਂਗਾ। ਠੀਕ ਹੈ, ਤਾਂ ਆਪਾਂ ਇਸ ਤੋਂ ਬਾਅਦ ਆਪਾਂ ਮਿਨਿਸਟਰੀ ਵਾਈਜ਼ ਸਕੀਮਸ ਨੂੰ ਪੜ੍ਹਾਊਂਗਾ ਮੈਂ। ਠੀਕ ਹੈ, ਤਾਂ ਮਿਨਿਸਟਰੀ ਵਾਈਜ਼ ਕਿਉਂਕਿ ਮੈਨੂੰ ਲੱਗਦਾ ਇਹ ਵਨ ਆਫ ਦਾ ਸਭ ਬੱਚਿਆਂ ਨੂੰ ਇੱਕ ਡਿਫਿਕਲਟ ਜਿਹਾ ਟੌਪਿਕ ਲੱਗਦਾ, ਤਾਂ ਆਪਾਂ ਮਿਨਿਸਟਰੀ ਵਾਈਜ਼ ਇਹਨਾਂ ਨੂੰ ਪੜ੍ਹਾਂਗੇ ਵੀ ਐਗਜ਼ਾਮ ਪਰਸਪੈਕਟਿਵ ਨਾਲ ਕੀ ਇੰਪੋਰਟੈਂਟ ਹੈ। ਠੀਕ ਹੈ, ਤਾਂ ਕਿ ਤੁਹਾਨੂੰ ਉਹ ਸਾਰੀ ਮਿਹਨਤ ਨਾ ਕਰਨੀ ਪਵੇ, rather I'll do all the work, ਤਾਂ ਤੁਸੀਂ ਜਸਟ ਉਹਨੂੰ ਬਾਰ-ਬਾਰ ਰਿਵਾਈਜ਼ ਕਰਨਾ, ਰਾਈਟ। ਠੀਕ ਹੈ, ਤਾਂ ਇਹਨਾਂ ਦੀ PDF ਜਿਹੜੀ ਹੋਏਗੀ ਉਹ ਮੈਂ ਟੈਲੀਗ੍ਰਾਮ ਚੈਨਲ ਤੇ ਪਾ ਦੂੰਗਾ। ਠੀਕ ਹੈ, ਜੇ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਤਾਂ ਮੈਂ ਐਂਡ ਤੇ ਨੰਬਰ ਨੀਚੇ ਲਿੰਕ ਵਿੱਚ ਦੇ ਦੂੰਗਾ, ਤਾਂ ਉੱਥੇ ਮੈਸੇਜ ਕਰਕੇ WhatsApp ਰਾਹੀਂ ਵੀ ਮੇਰੇ ਤੋਂ PDF ਲੈ ਸਕਦੇ ਹੋ। ਇਟਸ ਆਲ ਫ੍ਰੀ ਆਫ ਕਾਸਟ। ਓਕੇ, ਤਾਂ ਓਕੇ, ਸੋ ਥੈਂਕ ਯੂ ਆਲ।